आदाब नाज़रीन, आप देख रहे हैं जेड न्यूज़। मैं हूं डॉक्टर जाकिर चौधरी। अभी हम यहाँ पे सिंघू बॉर्डर पे, जहाँ पे किसानों का आंदोलन चल रहा है, तो यहाँ हमारे साथ में किसानों का एक ग्रुप जो है और छोटे छोटे बच्चे साथ में, और हमारी बहनें जो हैं वो किसानों के आंदोलन में कंधे से कंधा मिलाकर चल रही हैं, और यहाँ पे खड़े होकर प्ले कार्ड हाथ में लेकर इस काले कानून को वापस लेने के लिए यहाँ पे मांग कर रही हैं। तो अभी हम बात करेंगे, हमारे साथ एक छोटी सी बच्ची है। तो ये बड़ी फ़ख्र की बात है कि हमारा ये किसानों का आंदोलन जो है ये 100% जीत कर रहेगा। कि जिस आंदोलन में इतने छोटे छोटे बच्चे आके बैठे हैं वो आंदोलन करें, तो वो आंदोलन जो है वो कभी नाकाम नहीं हो सकता है। तो मैं अभी आपकी बात इस छोटी बच्ची से करूँगा। हाँ पुत, तुसी इत्थे क्यों आए हो? इत्थे प्रोटेस्ट ਲਈ ਆਏ ਹੋ। ਤੇ ਅਗਰ ਇੱਥੇ ਕਿਸਾਨਾਂ ਨੂੰ ਉਹਦਾ ਹੱਕ ਨਹੀਂ ਮਿਲਦਾ ਤੇ ਤੁਸੀਂ ਕੀ ਕਰੋਗੇ? हक मिलूगा। पक्की गल है, मिल जाऊगा। हाँ, ये गल पक्की है कि मिलूगा कि तुहाडे जैसे बच्चे जिहड़े हैं वो प्रोटेस्ट करे करदे लगे दे, तो ये उम्मीद लगती है सानू कि बिल्कुल जिहड़ा हक मिल जाऊगा। तो सर जी, तुसीं दसोगे सानू इत्थे जिहड़ा अंदोलन चले करदा इस बारे तुसीं साडे जेड न्यूज़ नूं दसोगे? ਇਹ ਅੰਦੋਲਨ ਐਕਚੁਅਲੀ ਤਿੰਨ ਜਿਹੜੇ ਕਾਲੇ ਕਾਨੂੰਨ ਹੈ ਉਹਨਾਂ ਦੇ ਅਗੇਂਸਟ ਹੈ ਜੀ, ਜੋ ਮੋਦੀ ਸਰਕਾਰ ਵੱਲੋਂ ਲਾਏ ਗਏ ਨੇ, ਤੇ ਜਿਹੜੇ ਕਿ ਕਿਸਾਨਾਂ ਦੇ ਹੱਕ 'ਚ 1% ਵੀ ਨਹੀਂ ਹੈਗੇ ਜੀ। ਤੇ ਅਸੀਂ ਉਹਨਾਂ ਦਾ ਪ੍ਰੋਟੈਸਟ ਕਰਨ ਆਏ ਵੀ ਇਹ ਕਾਲੇ ਕਾਨੂੰਨ ਵਾਪਸ ਲਓ ਤੇ ਸਾਨੂੰ ਸਾਡੀਆਂ ਜ਼ਮੀਨਾਂ ਜਿੱਦਾਂ ਹੈ ਸਾਨੂੰ ਉਦਾਂ ਹੀ ਦੇ ਦਿਓ। ਸਾਨੂੰ ਕੋਈ ਤੁਹਾਡੀ ਮੋਡੀਫਿਕੇਸ਼ਨ ਨਹੀਂ ਚਾਹੀਦੀ, ਕੋਈ ਹੋਰ ਕਾਨੂੰਨ 'ਚ ਉਲਟ ਫੇਰ ਨਹੀਂ ਚਾਹੀਦਾ, ਸਾਨੂੰ ਕੁਝ ਨਹੀਂ ਚਾਹੀਦਾ। ਸਾਨੂੰ ਜੋ ਸਾਡੀ ਜ਼ਮੀਨ ਪੁਰਾਣੀ ਸੀਗੀ, ਮੰਡੀਆਂ ਸੀ, ਸਾਨੂੰ ਸਭ ਕੁਝ ਉਹੀ ਚਾਹੀਦਾ ਜੀ। ਅਸੀਂ ਉਹਨਾਂ ਕਾਨੂੰਨਾਂ ਦੇ ਅਗੇਂਸਟ ਆਏ ਵੀ ਅਸੀਂ ਇਹਨੂੰ ਰੱਦ ਕਰੋ, ਤੇ ਅਸੀਂ ਰੱਦ ਕਰਾ ਕੇ ਹੀ ਇੱਥੋਂ ਜਾਵਾਂਗੇ। ਤੁਹਾਨੂੰ ਕਿੰਨੇ ਦਿਨ ਹੋ ਗਏ ਨੇ ਇੱਥੇ ਅੰਦੋਲਨ ਤੇ ਆਏ ਹੋ? ਇੱਕ ਵਾਰ ਪਹਿਲਾਂ ਆਇਆ ਸੀ, ਸੈਕਿੰਡ ਟਾਈਮ ਹੁਣ ਆਇਆ ਜੀ। ਤੇ ਮੇਰੀ ਕੋਸ਼ਿਸ਼ ਆ ਵੀ ਮੈਂ ਹਰ ਦੂਜੇ ਤੀਜੇ ਦਿਨ ਇੱਥੇ ਆ ਕੇ ਫੈਮਿਲੀ ਨੂੰ ਅੱਜ ਲੈ ਕੇ ਆਇਆ। ਆਪਣੀ ਮੇਰੀ ਫੈਮਿਲੀ ਹੈ, ਸਾਰੀ ਫੈਮਿਲੀ ਦੇ ਨਾਲ ਆ ਕੇ ਅਸੀਂ ਇੱਥੇ ਪ੍ਰੋਟੈਸਟ ਤੇ ਬੈਠੇ ਹਾਂ। ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ? ਅਸੀਂ ਮੋਹਾਲੀ ਸ਼ਹਿਰ ਤੋਂ ਹਾਂ ਜੀ ਇੱਥੇ। ਅੱਛਾ, ਮੋਹਾਲੀ ਸ਼ਹਿਰ ਤੋਂ ਆ। ਤੇ ਤੁਸੀਂ ਮਤਲਬ ਅੱਜ ਆਪਣੀ ਪੂਰੀ ਫੈਮਿਲੀ ਨੂੰ ਪ੍ਰੋਟੈਸਟ ਤੇ ਲੈ ਕੇ ਆਏ ਜੀ, ਪ੍ਰੋਟੈਸਟ ਤੇ ਲੈ ਕੇ ਆਏ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਸਾਡਾ ਇੱਥੇ ਜਿਹੜੇ ਸਾਡੇ ਬਜ਼ੁਰਗ ਬੈਠੇ ਨੇ, ਸਾਰੇ ਕਿਸਾਨ ਭਰਾ ਬੈਠੇ ਨੇ, ਵੀ ਉਹ ਕਿਸ 4 ਡਿਗਰੀ ਦੇ ਸੈਲਸੀਅਸ ਕਿੰਨੀ ਠੰਡ 'ਚ ਕਿਵੇਂ ਬੈਠੇ ਨੇ ਤੇ ਕਿਵੇਂ ਸੰਘਰਸ਼ ਕਰ ਰਹੇ ਆ। ਇਹ ਜੇ ਬੱਚੇ ਜਾਣਨਗੇ ਤਾਂ ਅੱਗੇ ਇਹਨਾਂ ਦੇ ਮਨਾਂ 'ਚ ਵੀ ਉਹੀ ਸੰਘਰਸ਼ ਪੈਦਾ ਹੋਊਗਾ ਜੀ। ਔਰ ਇਹ ਬੱਚੇ ਜਿਹੜੇ ਨੇ ਕੱਲ ਵੱਡੇ ਹੋ ਕੇ ਆਪਣੀ ਕੌਮ ਨੂੰ ਅੱਗੇ ਦੱਸਣਗੇ ਕਿ ਸਾਡੇ ਬਜ਼ੁਰਗਾਂ ਨੇ ਜਿਹੜਾ ਇੱਕ ਅੰਦੋਲਨ ਕੀਤਾ ਸੀ ਤਾਂ ਉਸ ਦੇ ਵਿੱਚ ਅਸੀਂ ਹਿੱਸੇਦਾਰੀ ਕੀਤੀ ਸੀ। ਸਰ ਬਿਲਕੁਲ ਇਸੇ ਕਰਕੇ ਅਸੀਂ ਆਏ ਵੀ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀ ਕੁਰਬਾਨੀਆਂ ਦਿੱਤੀਆਂ ਜੀ। ਨਾਲੇ ਇਹ ਤਾਂ ਮਹੀਨਾ ਸਾਡਾ ਵੈਸੇ ਵੀ ਸ਼ਹੀਦੀ ਦਿਹਾੜਾ ਹੈ ਜੀ। ਸਾਡੇ 2 ਸਾਹਿਬਜ਼ਾਦੇ ਛੋਟੇ ਕੰਧਾਂ ਵਿੱਚ ਚਣਾਏ ਗਏ ਸੀਗੇ ਜੀ, ਮਾਤਾ ਗੁਜਰੀ ਜੀ ਸ਼ਹੀਦ ਹੋਏ ਸੀਗੇ ਜੀ, ਤੇ ਹੋਰ ਵੱਡੇ ਸਾਹਿਬਜ਼ਾਦੇ ਹੋਏ ਸੀ। ਇਹ ਤਾਂ ਸਾਡੇ ਲਈ ਵੈਸੇ ਹੀ ਬੜਾ ਮਹਾਨ ਦਿਨਾਂ 'ਚੋਂ ਦਿਨ ਆਉਂਦੇ ਆ ਜੀ। ਇਹ ਬੱਚੇ ਤੁਹਾਡਾ ਕੀ ਨਾਮ ਹੈ? ओंकार। ਹਾਂ, ਤੇ ਤੁਸੀਂ ਇੱਥੇ ਕਿਸ ਵਾਸਤੇ ਆਏ ਹੋ? ਇੱਥੇ ਤੁਸੀਂ ਕਿਉਂ ਆਏ ਹੋ? प्रोटेस्ट ले आए हैं। ਪ੍ਰੋਟੈਸਟ ਲਈ? ਕਿਸ ਚੀਜ਼ ਦਾ ਪ੍ਰੋਟੈਸਟ ਚੱਲੇ ਕਰਦਾ ਹੈ? ਫਾਰਮਰਸ ਦਾ। ਵੈਰੀ ਗੁੱਡ। ਤੋ ਹੁਣ ਅਸੀਂ ਆਪਣੀਆਂ ਸਾਡੀਆਂ ਭੈਣਾਂ ਜਿਹੜੀਆਂ ਇੱਥੇ ਕਲਤੀਆਂ ਪ੍ਰੋਟੈਸਟ ਦੇ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਪਰਮਿੰਦਰ ਕੌਰ ਹੈ ਜੀ। ਤੁਸੀਂ ਮਤਲਬ ਪੂਰੀ ਫੈਮਿਲੀ ਦੇ ਨਾਲ ਆਏ ਹੋ? ਛੋਟੇ ਛੋਟੇ ਬੱਚੇ ਨਾਲ ਹਨ ਜਿਹੜੇ ਵੀ ਹਨ, ਮਤਲਬ ਤੁਹਾਡੇ ਜੋ ਵੀ ਫੈਮਿਲੀ ਦੇ ਰਿਲੇਟਿਵ ਹੈ ਨਾ, ਤੁਸੀਂ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੁਸੀਂ ਆਪੇ ਵੀ ਲੇਡੀਜ਼ ਹੋ ਕੇ ਤੇ ਇੱਥੇ ਆਏ ਹੋ, ਤੇ ਇੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ ਕਰਦਾ ਇੱਥੇ ਇਸ ਲਈ ਅੰਦੋਲਨ ਦੇ ਵਿੱਚ? ਇਹ ਦੋਨੋਂ ਮੇਰੀਆਂ ਬੇਟੀਆਂ ਹੈਗੀਆਂ ਤੇ ਅਸੀਂ ਇਹਨਾਂ ਨੂੰ ਇਸ ਲਈ ਇੱਥੇ ਲੈ ਕੇ ਆਏ ਹਾਂ, ਇਹਨਾਂ ਨੂੰ ਦਿਖਾਉਣ ਵਾਸਤੇ ਕਿ ਗਰਾਊਂਡ ਜ਼ੀਰੋ ਤੇ ਕੀ ਸਿਚੁਏਸ਼ਨ ਹੈਗੀ ਆ ਤੇ ਕਿੱਦਾਂ ਸਾਰਾ ਕੁਝ ਹੈਗਾ। ਜਿਹੜੇ ਆਪਣੇ ਬਜ਼ੁਰਗ ਇੱਥੇ ਬੈਠੇ ਆ, ਬਾਕੀ ਭੈਣ ਭਰਾ ਆਪਣੇ ਹੋਰ ਹੈ ਬੈਠੇ ਆ ਇੱਥੇ, ਜੋ ਵੀ ਆਪਾਂ ਪ੍ਰੋਟੈਸਟ ਕਰ ਰਹੇ ਆ। ਇਹ ਜੋ ਮੋਦੀ ਸਰਕਾਰ ਨੇ ਕਾਲੇ ਬਿੱਲ ਕਾਨੂੰਨ ਪਾਸ ਕੀਤੇ ਆ ਤੇ ਉਹਦੇ ਅਗੇਂਸਟ ਅਸੀਂ ਇਹਨਾਂ ਨੂੰ ਉਹੀ ਦਿਖਾਉਣ ਲੈ ਕੇ ਆਏ ਆ ਵੀ ਇਹ ਸੰਘਰਸ਼ ਕਿੱਦਾਂ ਚੱਲ ਰਿਹਾ ਤੇ ਇਹ ਸੰਘਰਸ਼ ਆਪਾਂ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈਗਾ। ਹਾਂਜੀ, ਹੁਣ ਤੁਸੀਂ ਕਿੰਨੇ ਦੇਰ ਇਸ ਸੰਘਰਸ਼ ਦੇ ਨਾਲ ਚੱਲੋਗੇ? ਅਗਰ ਕੋਈ ਗੱਲਬਾਤ ਨਹੀਂ ਹੁੰਦੀ, ਕੋਈ ਫੈਸਲਾ ਨਹੀਂ ਹੁੰਦਾ ਤੇ ਜਦੋਂ ਤੱਕ ਸੰਘਰਸ਼ ਚੱਲੇਗਾ ਉਦੋਂ ਤੱਕ ਅਸੀਂ ਨਾਲ ਹੀ ਆ। ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਨਾਲ ਹੀ ਆ ਤੇ ਨਾਲ ਹੀ ਰਹਿਣਾ, ਤੇ ਜਦ ਤੱਕ ਨਹੀਂ ਜਿੱਤਦੇ ਉਦੋਂ ਤੱਕ ਪਿੱਛੇ ਨਹੀਂ ਮੁੜਨਾ, ਜਿੱਤ ਕੇ ਹੀ ਜਾਣਾ ਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਅਰਸ਼ਕਮਲ ਹੈ। ਤੁਸੀਂ ਕੀ ਕਰਦੇ ਹੋ? ਮੈਂ ਇੱਕ ਫਾਰਮਾਸਿਸਟ ਹਾਂ। ਫਾਰਮਾਸਿਸਟ ਹੋ ਤੁਸੀਂ, ਤੇ ਇਸ ਲਈ ਤੁਸੀਂ ਕਿਸਾਨਾਂ ਦੇ ਅੰਦੋਲਨ ਦੇ ਸਪੋਰਟ ਦੇ ਵਿੱਚ ਆਏ ਹੋ ਤੁਸੀਂ ਤੇ ਜੀ। ਤੁਸੀਂ ਦੱਸੋਗੇ ਕਿਸਾਨਾਂ ਦੇ ਬਾਰੇ?
ਅਸੀਂ ਕਿਸਾਨ ਭਰਾਵਾਂ ਨੂੰ ਸਪੋਰਟ ਕਰਨ ਆਏ ਹਾਂ, ਕਿਉਂਕਿ ਇਹ ਜਿਹੜੇ ਮੋਦੀ ਸਰਕਾਰ ਨੇ ਇਹ ਕਾਲੇ ਬਿੱਲ ਇੰਪੋਜ਼ ਕੀਤਾ ਹੈ ਇਹਨਾਂ ਤੇ, ਇਹ ਉਹਨੂੰ ਵਾਪਸ ਲੈਣੇ ਪੈਣੇ ਆ, ਕਿਉਂਕਿ ਇਹ ਡੈਮੋਕ੍ਰੇਸੀ ਹੈ ਤੇ ਉਹਦੀ ਡਿਕਟੇਟਰਸ਼ਿਪ, ਉਹਦੀ ਤਾਨਾਸ਼ਾਹੀ ਇੱਥੇ ਚੱਲਣੀ ਨਹੀਂ ਹੈਗੀ। ਤੇ ਅਸੀਂ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਰਹਿੰਦੇ ਹਾਂ ਤੇ ਸਾਡੇ ਫਰੀडम ਆਫ ਰਾਈਟ ਜਿਹੜੇ ਇਹਨਾਂ ਨੇ ਪਹਿਲੇ ਹਰਿਆਣਾ ਸਾਨੂੰ ਰੋਕਿਆ ਬੈਰੀਕੇਡ ਲਾ ਕੇ, ਤੇ ਉਹਨੂੰ ਪਤਾ ਹੋਣਾ ਚਾਹੀਦਾ ਸਾਡੇ ਫੰਡਾਮੈਂਟਲ ਰਾਈਟ ਕੀ ਹੈਗੇ ਆ। ਕੋਈ ਇੱਕ ਟੈਰੀਟਰੀ ਤੋਂ ਦੂਜੀ ਟੈਰੀਟਰੀ ਆ ਜਾ ਸਕਦਾ ਹੈ ਤੇ ਉਹ ਰੋਕ ਸਕਦਾ ਨਹੀਂ ਸੀਗਾ, ਪਹਿਲੀ ਗੱਲ। ਦੂਜੀ ਗੱਲ ਇਹ ਕਿ ਜਿਹੜੇ ਇਹ ਕਾਲੇ ਕਾਨੂੰਨ ਇਹਨੇ ਬਣਾਏ ਕਿਸਾਨਾਂ ਵਾਸਤੇ ਨਹੀਂ, ਇਹਨੇ ਅੰਬਾਨੀ ਅਡਾਨੀ ਜਿਹੜੇ ਹੈਗੇ ਆ ਅਮੀਰ, ਜੋ ਆਲਰੇਡੀ ਅਮੀਰ ਉਹਨਾਂ ਨੂੰ ਹੋਰ ਅਮੀਰ ਕਰਦਾ, ਤੇ ਜਿਹੜੇ ਗਰੀਬ ਹੈ, ਜਿਹੜੇ ਸਾਡੇ ਵਰਗੇ ਲੋਕ ਹੈ, ਉਹਨਾਂ ਨੂੰ ਗਰੀਬੀ ਵੱਲ ਧਕੇਲਦਾ ਹੈ। ਤੇ ਇਹ ਕਾਨੂੰਨ ਇਹਨੂੰ ਵਾਪਸ ਲੈਣੇ ਪੈਣੇ ਆ ਤੇ ਇਹ ਸੰਘਰਸ਼ ਤਦ ਤੱਕ ਚੱਲੇਗਾ ਜਦ ਤੱਕ ਉਹ ਵਾਪਸ ਨਹੀਂ ਲਏਗਾ। ਸਾਨੂੰ ਹੋਰ ਕੁਝ ਮਨਜ਼ੂਰ ਨਹੀਂ ਹੈ। ਤੁਸੀਂ ਪੜ੍ਹੀ ਲਿਖੀ ਲੇਡੀਜ਼ ਹੋ ਤਾਂ ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਕਿ ਇਹਦੀ ਕੀ ਵਜ੍ਹਾ ਹੈ ਕਿ ਪੂੰਜੀਪਤੀਆਂ ਨੂੰ ਸਟੈਂਡ ਕਰਨ ਲਈ, ਉਹਨਾਂ ਦੇ ਮਤਲਬ ਹੋਰ ਪ੍ਰਾਪਰਟੀ ਨੂੰ ਵਧਾਉਣ ਲਈ ਜਿਹੜਾ ਹੈ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਕਿਸਾਨਾਂ ਦੇ ਛਾਤੀ ਤੇ ਬਲਡੋਜ਼ਰ ਚਲਾ ਕੇ ਉਹਨਾਂ ਦੇ ਹੱਕ ਨੂੰ ਖੱਸ ਕੇ ਤੇ ਉਹਨਾਂ ਨੂੰ ਦੇਣਾ ਚਾਹੁੰਦਾ। ਇਹਦੀ ਕੀ ਵਜ੍ਹਾ ਹੋ ਸਕਦੀ ਹੈ? ਉਹਦੀ ਵਜ੍ਹਾ ਇਹੀ ਹੈ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਜਿਹੜੀ ਇਹ ਲਾਅ ਹੈਗੇ ਆ ਇਹ ਅੰਬਾਨੀ ਅਡਾਨੀ ਨੂੰ ਮਿਲਣੇ ਹੈਗੇ ਆ, ਤੇ ਇਹ ਜਿਹੜੇ ਹੈਗੇ ਆ ਇਹਨੂੰ ਇਲੈਕਸ਼ਨ ਸਪੋਰਟ ਕਰਦੇ ਆ, ਉਹਨੂੰ ਪੈਸੇ ਦਿੰਦੇ ਆ ਜਦੋਂ ਨੈਕਸਟ ਟਾਈਮ ਇਲੈਕਸ਼ਨ ਹੋਣੇ ਆ, ਤਾਂ ਕਰਕੇ ਉਹਨਾਂ ਨੇ ਉਹਦੀ ਹੈਲਪ ਕਰਨੀ ਹੈ ਤੇ ਸਾਡੇ ਵਰਗੇ ਲੋਕਾਂ ਨਾਲ ਉਹਨੇ ਗਲਤ ਕਰਨਾ। ਅੱਛਾ, ਪਿਛਲੇ ਦਿਨਾਂ 'ਚ ਕੰਗਨਾ ਰਣੌਤ ਨੇ ਸਾਡੇ ਕਿਸਾਨ ਭਰਾਵਾਂ ਲਈ ਬੜੇ ਅਪਸ਼ਬਦ ਕਹੇ ਸੀ, ਉਹ ਮਤਲਬ ਮੁਖਾਲਫਤ ਕੀਤੀ ਹੈ, ਤਾਂ ਤੁਸੀਂ ਉਹਦੇ ਬਾਰੇ ਕੀ ਕਹੋਗੇ? ਕੰਗਨਾ ਰਣੌਤ ਦੀ ਮੈਂ ਪਹਿਲੇ ਫੈਨ ਸੀਗੀ, ਬਟ ਜਦ ਉਹਨੇ ਇਹ ਗੱਲਾਂ ਕੀਤੀਆਂ, ਉਹ ਹੁਣ ਮੈਂ ਇਹੀ ਕਹੂੰਗੀ ਕਿ ਆਪਣੀ ਟਿਕਟ ਵਾਸਤੇ ਇਹ ਕੰਮ ਕਰਦੀ ਪਈ ਹੈ, ਕਿਉਂਕਿ ਉਹਨੂੰ ਜਦ ਤੋਂ ਸੁਸ਼ਾਂਤ ਦਾ ਕੇਸ ਹੋਇਆ ਸੀ ਬੀਜੇਪੀ ਦੀ ਸਪੋਰਟ ਮਿਲੀ ਸੀਗੀ, ਤੇ ਹੁਣ ਉਹਨੇ ਕੁਝ ਵੀ ਕਰਕੇ, ਚਾਹੇ ਉਹ ਗਲਤ ਹੈ ਚਾਹੇ ਸਹੀ ਹੈ, ਬੀਜੇਪੀ ਕੁਝ ਕਰੇਗੀ ਉਹਨਾਂ ਦਾ ਸਾਥ ਹੀ ਦੇਗੀ। ਤੇ ਉਹਨੇ ਜਿਹੜੇ ਅਪਸ਼ਬਦ ਬੋਲੇ, ਰੱਬ ਮੈਨੂੰ ਲੱਗਦਾ ਨਹੀਂ ਉਹਨੂੰ ਕਦੀ ਮਾਫ ਕਰੇਗਾ, ਨਾ ਉਹਦੀ ਜਨਤਾ ਕਰੇਗੀ, ਤੇ ਉਹਦੀਆਂ ਮੂਵੀਆਂ ਬਾਈਕਾਟ ਕਰਾਂਗੇ। ਤੁਸੀਂ ਸਾਡੇ ਚੈਨਲ ਦੇ ਥਰੂ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨੂੰ ਇਹੀ ਇੱਕ ਮਿੰਟ ਦੇਣਾ ਚਾਹੁੰਦੇ ਆ ਕਿ ਗੈਟ ਵੈਲ ਸੂਨ ਕੰਗਨਾ, ਕਿਉਂਕਿ ਉਹਦਾ ਦਿਮਾਗ ਥੋੜਾ ਹੋ ਗਿਆ ਖਰਾਬ, ਤੇ ਉਹਨੂੰ ਮੈਨੂੰ ਲੱਗਦਾ ਮੈਂਟਲ ਹਸਪੀਟਲ ਦੀ ਲੋੜ ਹੈ। ਜੀ, ਇਹਦਾ ਕਹਿਣ ਦਾ ਮਤਲਬ ਹੈ ਕਿ ਕੰਗਨਾ ਰਣਾਵਤ ਜਿਹੜੀ ਹੈ ਉਹ ਦਿਮਾਗੀ ਤੌਰ ਤੇ ਬਿਮਾਰ ਹੈ, ਜਿਸਮਾਨੀ ਤੌਰ ਤੇ ਬਿਮਾਰ ਨਹੀਂ, ਉਹ ਦਿਮਾਗੀ ਤੌਰ ਤੇ ਬਿਮਾਰ ਹੈ। ਉਹਦੇ ਲਈ ਦੁਆ ਹੀ ਕਰਾਂਗੇ ਕਿ ਗੈਟ ਵੈਲ ਸੂਨ। ਹਾਂ, ਤੇ ਬੜੀ ਗੱਲ ਹੈ ਕਿ ਉਹਦਾ ਦਿਮਾਗ ਖਰਾਬ ਹੋਇਆ ਤਾਂ ਤੇ ਉਹਦੇ ਵਾਸਤੇ ਦੁਆ ਕਰੇ ਦੇਣ ਕਿ ਉਹਦਾ ਦਿਮਾਗ ਜਲਦੀ ਠੀਕ ਹੋ ਜਾਵੇ। ਤੇ ਹਾਂਜੀ, ਤੁਸੀਂ ਕੀ ਕਹੋਗੇ ਤੇ ਸਾਡਾ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਿਆ ਕਰਦਾ ਇਸ ਬਾਰੇ 'ਚ ਤੁਸੀਂ ਦੱਸੋ। ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਆਪਣੇ ਕਾਲੇ ਕਾਨੂੰਨ ਛੇਤੀ ਤੋਂ ਛੇਤੀ ਵਾਪਸ ਲੈ ਲਵੇ। ਅਗਰ ਇਹ ਜਲਦੀ ਵਾਪਸ ਨਹੀਂ ਲੈਂਦਾ ਜਾਂ ਫੈਸਲਾ ਨਹੀਂ ਹੁੰਦਾ ਤਾਂ ਤੁਸੀਂ ਕਿਸਾਨਾਂ ਦੇ ਨਾਲ ਕਿੰਨੀ ਦੇਰ ਖਲੋਗੇ ਇੱਥੇ? ਜਿੰਨੀ ਦਿਨ ਕਿਸਾਨ ਖਲੋਵਾਂਗੇ ਉਨੇ ਦਿਨ ਕਿਸਾਨਾਂ ਦੇ ਨਾਲ ਖਲੋਵਾਂਗੇ, ਕਿਉਂਕਿ ਅਸੀਂ ਵੀ ਇੱਕ ਕਿਸਾਨ ਦੇ ਧੀ ਹਾਂ। ਇੱਕ ਕਿਸਾਨ ਦੀ ਧੀ ਹੋਣ ਦੇ ਨਾਤੇ ਤੁਸੀਂ ਬਰਾਬਰ ਕੰਧੇ ਨਾਲ ਕੰਧਾ ਮਿਲਾ ਕੇ ਤੁਸੀਂ ਇਹਦੇ ਨਾਲ ਉੱਥੇ ਖਲੋਤੇ ਰਹੋਗੇ। ਤਾਂ ਹਾਂ ਬੱਚੇ, ਕੀ ਨਾਂ ਤੁਹਾਡਾ? मेरा नाम वैष्णवी देशवाल है। तो बच्चे तुसी इत्थे क्यों आए थे हो? हम प्रोटेस्ट के लिए आए हैं। प्रोटेस्ट के लिए आए हैं। तो ये किस चीज़ का प्रोटेस्ट चल रहा है यहाँ पे? फार्मर्स का। फार्मर्स का। तो अगर किसानों को इनका हक नहीं मिलता है, जी अभी हमारे सामने एक जत्था आ रहा है, ये NRI लोग हैं जो बाहर से आए हुए हैं, तो वो अपने किसानों के साथ में किस तरह से कंधा मिलाकर चल रहे हैं और बराबर जो है वो ये किसानों के साथ में खड़े हैं। अभी ये बड़ी फ़ख्र की बात है कि बाहर से आए हुए लोग, NRI लोग जो हिंदुस्तान में अभी नहीं रह रहे हैं, हिंदुस्तान के हैं लेकिन हिंदुस्तान में नहीं रह रहे हैं, तो वो लोग भी अभी यहाँ पे पहुँच चुके हैं। यहाँ पे किसानों के हक में नारे लगा रहे हैं, आंदोलन में बराबर के हिस्सेदार बने हुए हैं। हमारे NRI भाई जो हैं वो यहाँ पे आप देख सकते हैं कि कितना बड़ा जत्था जो है उनका वो जा रहा है। अभी यहाँ पे गश्त कर रहा है पूरा जत्था। वो ये दिखाना चाह रहे हैं कि हम NRI लोग भी किसानों के साथ हमेशा खड़े हैं।